ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿੱਥੋਂ ਆਇਆ ਪੈਸਾ, ਆਪਣੇ ਹੀ ਬੁਣੇ ਜਾਲ 'ਚ ਕਿਵੇਂ ਫਸੇ ਸਾਬਕਾ ਮੰਤਰੀ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਪੰਜਾਬੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ ਦਾ ਵਾਅਦਾ ਕੀਤਾ ਸੀ ਤੇ ਅੱਜ ਦੇਖੀਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 7 ਮਹੀਨੇ ਪੂਰੇ ਹੋ ਚੁੱਕੇ ਨੇ ਤੇ ਇਹਨਾਂ 7 ਮਹੀਨਿਆਂ 'ਚ ਪੰਜਾਬ ਸਰਕਾਰ ਵੱਲੋਂ ਕਈ ਸਾਬਕਾ ਮੰਤਰੀਆਂ ਖਿਲਾਫ ਕਾਰਵਾਈ ਕੀਤੀ ਹੈ, ਉਹਨਾਂ ਨੂੰ ਫੜਿਆ ਗਿਆ, ਜੇਲ੍ਹਾਂ 'ਚ ਡੱਕਿਆ ਗਿਆ ਤੇ ਇਸ ਮੁਹਿੰਮ ਨੂੰ ਲਗਾਤਾਰ ਪਾਰਟੀ ਵੱਲੋਂ ਅੱਗੇ ਚਲਾਇਆ ਜਾ ਰਿਹਾ। ਅਸੀਂ ਜਾਣਨਾ ਚਾਹਾਂਗੇ, ਲੰਘੀ ਰਾਤ ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਜਿਨ੍ਹਾਂ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ, ਕਿ ਕਿਸ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ, ਪੂਰਾ ਮਾਮਲਾ ਕੀ ਸੀਗਾ, ਆਖਿਰ ਵਿਜੀਲੈਂਸ ਨੇ ਦੇਰ ਰਾਤ ਉਹਨਾਂ ਨੂੰ ਕਿਉਂ ਗ੍ਰਿਫਤਾਰ ਕੀਤਾ, ਇਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਚਾਨਣਾ ਪਾਓ। ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਅੱਜ ਤੋਂ ਤਕਰੀਬਨ 7 ਮਹੀਨੇ ਪਹਿਲਾਂ 16 ਮਾਰਚ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਭਗਵੰਤ ਮਾਨ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ ਅਤੇ ਠੀਕ ਉਸੇ ਦਿਨ ਹੀ ਉਹਨਾਂ ਨੇ ਇੱਕ ਐਂਟੀ ਕਰਪਸ਼ਨ ਜਿਹੜੀ ਐਕਸ਼ਨ ਲਾਈਨ ਹੈ ਉਹ ਵੀ ਲਾਂਚ ਕੀਤੀ ਸੀ ਔਰ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਭ੍ਰਿਸ਼ਟਾਚਾਰ ਪ੍ਰਤੀ ਜਾਂ ਭ੍ਰਿਸ਼ਟਾਚਾਰ ਨੂੰ ਲੈ ਕੇ ਉਹਨਾਂ ਦੀ ਜਿਹੜੀ ਨੀਤੀ ਹੈ ਜਿਹੜੀ ਉਹ ਜ਼ੀਰੋ ਟੋਲਰੈਂਸ ਵਾਲੀ ਹੋਏਗੀ। ਤਾਂ ਪਿਛਲੇ ਟਾਈਮ ਦੌਰਾਨ ਕੁਝ ਕਾਂਗਰਸ ਦੇ ਜਿਹੜੇ ਸਾਬਕਾ ਮੰਤਰੀ ਨੇ, ਪਿਛਲੀ ਵਜ਼ਾਰਤ 'ਚ ਰਹੇ ਨੇ, ਉਹਨਾਂ 'ਚ ਸਾਧੂ ਸਿੰਘ ਧਰਮਸੋਤ ਔਰ ਭਾਰਤ ਭੂਸ਼ਣ ਆਸ਼ੂ, ਉਹਨਾਂ ਨੂੰ ਅਰੈਸਟ ਵੀ ਕੀਤਾ ਔਰ ਸੰਗਤ ਸਿੰਘ ਗਿੱਲ ਜੀ ਆ ਜਿਹੜੇ, ਉਹਨਾਂ 'ਤੇ ਵੀ ਜਿਹੜਾ ਪਰਚਾ ਦਰਜ ਕੀਤਾ ਸੀ। ਸੋ ਇਸ ਲਿਹਾਜ਼ ਨਾਲ ਦੇਖੀਏ ਤਾਂ ਇਹ ਤੀਸਰੇ ਮੰਤਰੀ ਨੇ ਸਾਬਕਾ ਕਾਂਗਰਸ ਦੇ ਸੁੰਦਰ ਸ਼ਾਮ ਅਰੋੜਾ ਜੀ, ਜਿਹੜੇ ਪਿਛਲੀ ਹਕੂਮਤ ਦੇ ਵਿੱਚ ਇੰਡਸਟਰੀ ਸਨਅਤਾਂ ਦੇ ਮੰਤਰੀ ਹੁੰਦੇ ਸੀਗੇ ਔਰ ਜਦੋਂ ਕੈਪਟਨ ਅਮਰਿੰਦਰ ਸਿੰਘ ਚਲੇ ਗਏ ਸੀ, ਰਿਜ਼ਾਈਨ ਕਰਤਾ ਸੀ, ਅਤੇ ਨਵੀਂ ਵਜ਼ਾਰਤ ਜਿਹੜੀ ਚੰਨੀ ਵਜ਼ਾਰਤ ਸੀ ਉਹਦੇ ਵਿੱਚ ਇਹਨਾਂ ਨੂੰ ਨਹੀਂ ਲਿਆ ਗਿਆ ਸੀ ਅਤੇ ਉਦੋਂ ਇਹਨਾਂ ਨੇ ਧਰਵਾਸ ਕਰ ਲਿਆ ਸੀਗਾ। ਸੋ ਹੁਣ ਇਹਨਾਂ ਨੂੰ ਜਿਹੜਾ ਉਸੇ ਕੜੀ ਦੇ ਵਿੱਚ ਜਿਹੜੀ ਭਗਵੰਤ ਮਾਨ ਦੀ ਕੰਪੇਨ ਹੈ ਕਰਪਸ਼ਨ ਨੂੰ ਲੈ ਕੇ, ਉਸ ਕੜੀ ਦੇ ਵਿੱਚ ਇਹਨਾਂ ਨੂੰ ਜਿਹੜਾ ਰਾਤ ਹੈ ਤਕਰੀਬਨ 10:30 ਵਜੇ ਵਿਜੀਲੈਂਸ ਬਿਊਰੋ ਨੇ ਜਿਹੜਾ ਅਰੈਸਟ ਕੀਤਾ ਹੈਗਾ। ਇਹ ਤਾਂ ਕਹਿ ਸਕਦੇ ਹਾਂ ਕਿ ਸਾਬਕਾ ਮੰਤਰੀ ਨੇ ਕਾਂਗਰਸ ਦੇ, ਪਰ ਮੌਜੂਦਾ ਇਹ ਭਾਜਪਾ ਦੇ ਨੇਤਾ ਨੇ। ਇਹ ਪੰਜਾਬ ਦੇ ਵਿੱਚ ਪਹਿਲੇ ਅਜਿਹੇ ਭਾਜਪਾ ਦੇ ਨੇਤਾ ਬਣ ਗਏ ਨੇ ਕਿ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੱਥ ਪਾਇਆ। ਸੋ ਇਹਨਾਂ ਨੂੰ ਕੋਈ ਇਹ ਤਾਂ ਹੈ, ਹਾਲਾਂਕਿ ਵਿਜੀਲੈਂਸ ਬਿਊਰੋ ਨੇ JCT ਲੈਂਡ ਸਕੈਮ ਅਤੇ ਉਹ ਤੋਂ ਪਹਿਲਾਂ ਜਿਹੜੀ ਆਮਦਨ ਤੋਂ ਵੱਧ ਵਸੀਲਿਆਂ ਦੇ ਮਾਮਲੇ ਦੇ ਵਿੱਚ ਇਹਨਾਂ ਤੋਂ 2 ਵਾਰੀ ਪੁੱਛਗਿੱਛ ਹੈ, ਜਿਹੜੀ ਇਨਕੁਆਇਰੀ ਹੈ, ਤਫਤੀਸ਼ ਹੈ ਜਿਹੜੀ ਕੀਤੀ ਹੈ, ਇਹਨਾਂ ਨੂੰ ਤਲਬ ਕੀਤਾ ਗਿਆ ਸੀਗਾ ਔਰ ਉਹ ਕੇਸ ਦੇ ਡਰ ਦੇ ਵਿੱਚ ਹੀ, ਕੋਈ ਇਹ ਨਹੀਂ ਕਿ ਵਿਜੀਲੈਂਸ ਨੇ ਹੁਣ ਨਵਾਂ ਤਾਣਾ ਬਾਣਾ ਬੁਣਿਆ ਸੀ, ਇਹਨਾਂ ਨੇ ਖੁਦ ਹੀ ਨਵਾਂ ਇੱਕ ਤਾਣਾ ਬੁਣ ਲਿਆ। ਇਹ 14 ਤਰੀਕ ਨੂੰ ਇਸ ਕੇਸ ਦੀ ਜਿਹੜੀ ਇਹਨਾਂ ਨੂੰ DA ਵਾਲਾ ਕੇਸ ਹੈ, ਜਿਹੜਾ ਆਮਦਨ ਤੋਂ ਵੱਧ ਸਰੋਤਾਂ ਵਾਲਾ, ਉਹਦੀ ਜਿਹੜੀ ਇਨਕੁਆਇਰੀ ਕਰ ਰਹੇ ਨੇ ਉਹ AIG ਮਨਮੋਹਨ ਕੁਮਾਰ ਨੇ। ਤਾਂ ਇਹ ਮਨਮੋਹਨ ਕੁਮਾਰ ਦੇ ਘਰ ਜਾਂਦੇ ਨੇ ਔਰ ਉਹਨਾਂ ਦੇ ਘਰ ਪਹਿਲਾਂ ਅਫਸੋਸ ਕਰਦੇ ਨੇ ਉਹਨਾਂ ਦੇ ਪਰਿਵਾਰਕ ਜੀ ਦਾ, ਉਸ ਤੋਂ ਬਾਅਦ ਉਹਨਾਂ ਨੂੰ ਇਹ ਆਫਰ ਕਰਦੇ ਨੇ ਕਿ ਤੁਸੀਂ ਮੇਰਾ ਕੇਸ ਹੈ ਜਿਹੜਾ ਉਸ ਨੂੰ ਨਿਪਟਾਓ, ਉਸ ਨੂੰ ਠੰਡੇ ਬਸਤੇ ਪਾਓ, ਖਤਮ ਕਰੋ ਔਰ ਉਹਦੇ ਬਦਲੇ ਵਿੱਚ ਉਹਨਾਂ ਨੂੰ 1 ਕਰੋੜ ਰੁਪਏ ਦੀ ਜਿਹੜੀ ਆਫਰ ਕੀਤੀ ਜਾਂਦੀ ਹੈ ਰਿਸ਼ਵਤ ਦੀ। ਤਾਂ ਇਹਦੇ ਨਾਲ ਇੱਕ ਦਫਾ ਤਾਂ ਉਹ ਵੀ ਚੌਂਕ ਜਾਂਦੇ ਨੇ, ਪਰ ਕਿਉਂਕਿ ਸੁੰਦਰ ਸ਼ਾਮ ਅਰੋੜਾ ਵੀ ਹੁਸ਼ਿਆਰਪੁਰ ਦੇ ਨੇ ਔਰ ਜਿਹੜੇ AIG ਮਨਮੋਹਨ ਕੁਮਾਰ ਨੇ ਉਹ ਵੀ ਹੁਸ਼ਿਆਰਪੁਰ ਨੂੰ ਬਿਲੋਂਗ ਕਰਦੇ ਨੇ। ਸੋ ਇਹਨਾਂ ਦਾ ਜੇ ਆਪਾਂ ਮਾਹੌਲ ਦੇ ਵਿੱਚ ਗੱਲ ਕਰਨੀ ਹੋਵੇ ਤਾਂ 2 ਗੱਲਾਂ ਬੜੀਆਂ ਪ੍ਰਭਾਵਿਤ ਕਰਦੀਆਂ ਨੇ। ਇੱਕ ਤਾਂ ਇਹ ਲੱਗਦਾ ਹੈ ਕਿ ਜਿਹੜੇ ਵੱਡੀ ਖੋਰ ਹੈ ਕਿ ਉਹਨਾਂ ਦੇ ਵਿੱਚ ਵੀ ਇਮਾਨਦਾਰੀ ਜਿੰਦਾ ਹੈ। ਉਹ ਕਿਵੇਂ ਕਿ ਜਿਸ ਟਾਈਮ ਇਹਨਾਂ ਨੂੰ ਅਰੈਸਟ ਕੀਤਾ ਜਾਂਦਾ ਹੈ, ਇਹਨਾਂ ਕੋਲੋਂ ਜਿਹੜਾ 50 ਲੱਖ ਰੁਪਏ ਦਾ ਭਰਿਆ ਇੱਕ ਬੈਗ ਦੇਣ ਆਉਂਦੇ ਨੇ ਕੱਲ੍ਹ ਰਾਤ ਨੂੰ 15 ਦੀ ਰਾਤ ਨੂੰ, ਤਾਂ ਉਹਦੇ ਨਾਲ ਇੱਕ ਨੋਟ ਗਿਣਨ ਵਾਲੀ ਮਸ਼ੀਨ ਵੀ ਲੈ ਕੇ ਆਉਂਦੇ ਆ ਛੋਟੀ ਜੀ। ਇਹ ਸਾਡੇ ਸੋਰਸਿਸ ਨੇ ਦੱਸਿਆ, ਚਾਹੇ ਵਿਜੀਲੈਂਸ ਤਰਫੋਂ ਇਸ ਦੀ ਪੁਸ਼ਟੀ ਨਹੀਂ ਹੋਈ ਹੈ, ਪਤਾ ਲੱਗਿਆ ਕਿ ਨਾਲ ਉਹ ਇੱਕ ਸੈੱਲਾਂ 'ਤੇ ਚੱਲਣ ਵਾਲੀ ਨੋਟ ਗਿਣਨ ਵਾਲੀ ਮਸ਼ੀਨ ਲੈ ਕੇ ਆਉਂਦੇ ਨੇ। ਤਾਂ ਉਹ ਕਹਿੰਦੇ ਨੇ ਦੇਣ ਵੇਲੇ ਕਿ ਜੇ ਤੁਹਾਨੂੰ ਕੋਈ ਸ਼ੱਕ ਹੈ ਤਾਂ ਤੁਸੀਂ ਨੋਟ ਹੈ ਜਿਹੜਾ ਗਿਣ ਵੀ ਸਕਦੇ ਹੋ। ਤਾਂ ਪਤਾ ਲੱਗਿਆ ਕਿ ਉਹ ਵੀ ਨੋਟ ਗਿਣਨ ਵਾਲੀ ਮਸ਼ੀਨ ਹੈ ਜਿਹੜੀ ਵਿਜੀਲੈਂਸ ਨੇ ਆਪਣੇ ਕਬਜ਼ੇ ਦੇ ਵਿੱਚ
ਲਈ ਹੈ। ਇੱਕ ਇਹਨਾਂ ਦੇ ਪੀਏ ਦੇ ਫੜੇ ਜਾਣ ਦੀ, ਉਹਨੂੰ ਹਿਰਾਸਤ ਜਾਂ ਪੁੱਛਗਿੱਛ ਕਰਨ ਦੀ ਵੀ ਸਾਨੂੰ ਖਬਰ ਮਿਲੀ ਹੈ, ਪਰ ਜਿਸ ਦੀ ਪੁਸ਼ਟੀ ਹਜੇ ਵਿਜੀਲੈਂਸ ਵਿਭਾਗ ਹੈ ਜਿਹੜਾ ਉਹ ਨਹੀਂ ਕਰ ਰਿਹਾ। ਸੋ ਜਿਹੜੀ ਆਪਾਂ ਗੱਲ ਕਰ ਰਹੇ ਸੀ 1 ਕਰੋੜ ਰੁਪਏ ਵਾਲੀ, ਤਾਂ ਉਸ ਟਾਈਮ ਹੀ ਇਹ ਗੱਲ ਕਰਦੇ ਨੇ ਕਿ 50 ਲੱਖ ਰੁਪਇਆ ਤੁਹਾਨੂੰ ਹੁਣੀ ਦੇ ਦਿੰਦੇ ਆ। ਤਾਂ ਫੌਰੀ ਜਿਹੜੇ ਮਨਮੋਹਨ ਕੁਮਾਰ ਜੀ ਹੈ, ਉਹ ਆਪਣੇ ਵਿਜੀਲੈਂਸ ਚੀਫ ਨੇ ਜਿਹੜੇ ਵਰਿੰਦਰ ਕੁਮਾਰ ਜੀ, ਉਹਨਾਂ ਦੇ ਧਿਆਨ 'ਚ ਮਸਲਾ ਲਿਆਉਂਦੇ ਨੇ। ਤਾਂ ਵਰਿੰਦਰ ਕੁਮਾਰ ਜੀ ਅੱਗੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹਦੇ ਬਾਰੇ ਦੱਸਦੇ ਨੇ। ਤਾਂ ਮੁੱਖ ਮੰਤਰੀ ਵੀ ਚਿੰਤਤ ਹੁੰਦੇ ਨੇ ਕਿ 50 ਲੱਖ ਰੁਪਇਆ ਸਾਡੀ ਵਜ਼ਾਰਤ ਦੇ ਵਿੱਚ ਅਫਸਰਾਂ ਨੂੰ ਆਫਰ ਕਰ ਰਹੇ ਨੇ, ਹਜੇ ਵੀ ਇਹ ਸਮਝ ਨਹੀਂ ਰਹੇ। ਆਤਿਸ਼, ਤੁਸੀਂ ਇਹਨਾਂ ਦਾ ਕੌਨਫੀਡੈਂਸ ਲੈਵਲ ਵੀ ਦੇਖੋ ਸੁੰਦਰ ਸ਼ਾਮ ਅਰੋੜਾ ਜੀ ਦਾ, ਕਿ ਜਦੋਂ ਪਤਾ ਹੋਵੇ ਕਿ ਇੰਨੀ ਅੱਗ ਮੱਚੀ ਹੋਈ ਹੈ ਕਿ ਧੜਾ ਧੜ ਜਿਹੜੇ ਸਾਬਕਾ ਵਜ਼ੀਰ ਆ ਉਹ ਫੜੇ ਜਾ ਰਹੇ ਨੇ, ਉਹਨਾਂ ਨੇ ਆਪਣਿਆਂ ਨੇ ਵਜ਼ੀਰ ਨੂੰ ਵੀ ਹੱਥ ਪਾਲਿਆ ਸੀ, ਤਾਂ ਇਹਦੇ ਬਾਅਦ ਇੰਨੀ ਜ਼ੁਰਤ ਕਰਨਾ ਕਿ ਤੁਸੀਂ ਖੁਦ ਹੀ ਡਾਇਰੈਕਟ ਆਪਣੇ ਜਾਂਚ ਅਧਿਕਾਰੀ ਕੋਲ ਚਲੇ ਜਾਓ ਔਰ ਉਹਨੂੰ ਆਫਰ ਕਰੋ, ਇਹ ਵੀ ਇੱਕ ਵੱਡੇ ਜਿਗਰੇ ਵਾਲੀ ਗੱਲ ਕਹਿ ਸਕਦੇ ਆ, ਜਾਂ ਇੱਕ ਓਵਰ ਕੌਨਫੀਡੈਂਸ ਕਹਿ ਸਕਦੇ ਆ, ਜਿਹਦੇ ਵਿੱਚ ਉਹ ਮਾਰ ਖਾ ਗਏ ਨੇ। ਤਾਂ ਜਦੋਂ ਇਹ ਮੁੱਖ ਮੰਤਰੀ ਨੂੰ ਦੱਸਿਆ ਜਾਂਦਾ, ਉਹ ਹਰੀ ਝੰਡੀ ਦੇ ਦਿੰਦੇ ਨੇ। ਹਰੀ ਝੰਡੀ ਦੇਣ ਤੋਂ ਬਾਅਦ ਇਹਨਾਂ ਤੇ ਟਰੈਪ ਲਗਾਇਆ ਜਾਂਦਾ ਹੈਗਾ। ਡੀਐਸਪੀ ਅਜੇ ਕੁਮਾਰ, ਜਿਨ੍ਹਾਂ ਨੇ ਪਹਿਲਾਂ ਸੰਜੇ ਪੋਪਲੀ ਵਾਲੇ ਮਾਮਲੇ ਦੇ ਵਿੱਚ ਵੀ ਅਰੈਸਟ ਪਾਈ ਸੀ ਜਾਂ ਪੈਸਾ ਬਰਾਮਦ ਕੀਤਾ ਸੀਗਾ, ਉਹੀ ਅਜੇ ਕੁਮਾਰ ਜਿਹੜੇ ਹੈਗੇ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਟਰੈਪ ਲੱਗਦਾ ਹੈ ਔਰ ਲੰਘੀ ਰਾਤ ਤਕਰੀਬਨ 10:30 ਵਜੇ ਇਹਨਾਂ ਨੂੰ ਬੁਲਾਇਆ ਜਾਂਦਾ ਹੈ। ਇਹ ਪੈਸੇ ਲੈ ਕੇ ਉੱਥੇ ਪਹੁੰਚਦੇ ਨੇ ਔਰ ਉੱਥੋਂ ਦੇ ਜਿਹੜਾ ਇੱਕ ਮਾਲ ਹੈ ਉਹਦੇ ਨੇੜੇ ਗੱਡੀ ਦੇ ਵਿੱਚ ਪੈਸਾ ਇਹ ਦੇਣ ਵਾਸਤੇ ਮਨਮੋਹਨ ਕੁਮਾਰ ਕੋਲ ਜਾਂਦੇ ਨੇ। ਤਾਂ ਫੌਰੀ ਜਿਹੜੀ ਉੱਥੇ ਟੀਮ ਖੜੀ ਹੁੰਦੀ ਹੈ ਵਿਜੀਲੈਂਸ ਵਾਲੀ, ਉਹ ਇਹਨਾਂ ਨੂੰ ਅਰੈਸਟ ਕਰ ਲੈਂਦੀ ਹੈਗੀ ਹੈ ਔਰ ਪੂਰੇ ਘਟਨਾਕ੍ਰਮ ਦੀ ਉਹਦੀ ਵੀਡੀਓਗ੍ਰਾਫੀ ਵੀ ਕੀਤੀ ਜਾਂਦੀ ਹੈਗੀ ਹੈ। ਇਹ ਤਾਜ਼ਾ ਮਾਮਲਾ ਹੈਗਾ ਜਿਹੜਾ ਲੰਘੀ ਰਾਤ ਹੋਇਆ। ਅਰੈਸਟ ਕਰਨ ਤੋਂ ਬਾਅਦ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਵੀ ਪੂਰੀ ਰਾਤ ਜਿਹੜਾ ਵਿਜੀਲੈਂਸ ਚੀਫ ਨਾਲ ਇਨ ਟੱਚ ਰਹੇ ਨੇ ਸਾਰੇ ਮਸਲੇ ਨੂੰ ਲੈ ਕੇ, ਕਿਉਂਕਿ ਵੱਡਾ ਮਾਮਲਾ ਸੀ ਇਹ, ਕੋਈ ਛੋਟਾ ਇਸ਼ੂ ਨਹੀਂ ਹੈਗਾ, ਕਿਉਂਕਿ ਫੌਰੀ ਫੈਸਲਾ ਲੈਣ ਵਾਲੀ ਜਿਹੜੀ ਗੱਲ ਸੀਗੀ। ਅੱਜ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਔਰ ਅੱਜ ਕਾਫੀ ਨਿਰਾਸ਼ ਉਹ ਲੱਗ ਰਹੇ ਸੀ ਚਿਹਰੇ ਤੋਂ, ਔਰ ਉਹਨਾਂ ਦਾ 3 ਦਿਨਾਂ ਦਾ ਜਿਹੜਾ ਪੁਲਿਸ ਰਿਮਾਂਡ ਹੈ ਉਹ ਦਿੱਤਾ ਗਿਆ, ਜਿਹਦੇ ਵਿੱਚ ਇਹ ਦੇਖਿਆ ਜਾਏਗਾ ਕਿ ਇਹ ਜਿਹੜਾ ਪੈਸਾ 50 ਲੱਖ ਆਫਰ ਕੀਤਾ ਗਿਆ ਉਹ ਕਿੱਥੋਂ ਆਇਆ, ਕਿਹੜੇ ਸਰੋਤਾਂ ਤੋਂ ਆਇਆ। ਇਹਦੇ ਨਾਲ ਕਈ ਕਿਸਮ ਦੇ ਜਿਹੜੇ ਮੈਸੇਜ ਹੈ ਉਹ ਆਤਿਸ਼ ਜਾਂਦੇ ਨੇ। ਇੱਕ ਤਾਂ ਇਹ ਕਿ 7 ਮਹੀਨੇ ਦੀ ਕਾਰਗੁਜ਼ਾਰੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ 212 ਬੰਦਿਆਂ ਨੂੰ ਵਿਜੀਲੈਂਸ ਬਿਊਰੋ ਨੇ ਅਰੈਸਟ ਕੀਤਾ, ਹੁਣ ਤੱਕ ਇੱਕ ਪ੍ਰਾਪਤੀ ਵਜੋਂ ਉਭਾਰ ਰਹੇ ਨੇ। ਚਾਹੇ ਇੱਕ ਸਰਕਾਰ ਲਈ ਇਕੱਲਾ ਇਹੀ ਕਾਫੀ ਨਹੀਂ ਹੁੰਦਾ, ਪਰ ਇਹ ਇੱਕ ਵੱਡਾ ਹੌਸਲੇ ਵਾਲਾ ਜਿਹੜਾ ਕੰਮ ਹੈਗਾ। ਪਿਛਲੇ 15 ਸਾਲਾਂ ਤੋਂ ਕਿਸੇ ਵੀ ਪੋਲੀਟੀਕਲ ਲੀਡਰ ਨੂੰ, ਖਾਸ ਕਰਕੇ ਵੱਡੇ ਲੀਡਰ ਨੂੰ, ਇਸ ਕਿਸਮ ਦਾ ਹੱਥ ਨਹੀਂ ਪਿਆ ਸੀ। ਉਹ ਵੱਖਰੀ ਗੱਲ ਹੈ ਕਿ 2002 ਦੇ ਵਿੱਚ ਜਦੋਂ ਅਮਰਿੰਦਰ ਸਿੰਘ ਦੀ ਸਰਕਾਰ ਆਈ ਸੀ ਤਾਂ ਉਹਨਾਂ ਨੇ ਬਹੁਤ ਵੱਡੇ ਵੱਡੇ ਧਨੰਦਰ, ਬਾਦਲ ਫੈਮਿਲੀ ਤੋਂ ਲੈ ਕੇ ਥੱਲੇ ਤੱਕ ਉਹਨਾਂ ਨੇ ਫੜੇ ਸੀ। ਇਹ ਮਸਲਾ ਵੱਖਰਾ ਹੈ ਕਿ ਉਹ ਅਦਾਲਤਾਂ ਦੇ ਵਿੱਚ ਜਿਹੜੇ ਸਾਰੇ ਕੇਸ ਹੈ ਉਹ ਬਰੀ ਹੋ ਗਏ ਸੀ। ਅਕਾਲੀ ਭਾਜਪਾ ਹਕੂਮਤ ਨੇ ਨਵੀਂ ਸਰਕਾਰ ਬਣਨ 'ਤੇ ਅਮਰਿੰਦਰ ਖਿਲਾਫ ਵੀ ਪਰਚਾ ਦਰਜ ਕੀਤਾ ਸੀ, ਉਹਦਾ ਹਸ਼ਰ ਵੀ ਅੱਜ ਆਪਾਂ ਨੂੰ ਪਤਾ ਹੈ ਕਿ ਉਹ ਕਿੱਥੇ ਜਾ ਕੇ ਟਿਕਿਆ। ਉਸ ਤੋਂ ਬਾਅਦ ਇੱਕ ਤਰ੍ਹਾਂ ਦਾ ਫਰੈਂਡਲੀ ਮਾਹੌਲ ਬਣਿਆ ਹੋਇਆ ਸੀ, ਪੋਲੀਟੀਕਲ ਲੋਕਾਂ ਨੂੰ ਇੱਕ ਤਰ੍ਹਾਂ ਦੀ ਪੂਰੀ ਖੁੱਲ੍ਹ ਮਿਲੀ ਹੋਈ ਸੀਗੀ। ਇੱਕ ਅੰਨੀ ਲੁੱਟ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਮੱਚੀ ਹੋਈ ਸੀ। ਇਸੇ ਕਰਕੇ ਪੰਜਾਬ ਦੀ ਇਕੋਨਮੀ ਹੈ ਜਿਹੜੀ ਉਹ ਬੜੀ ਪਿੱਛੇ ਚਲੀ ਗਈ ਸੀ। ਹਰ ਮਸਲੇ ਦੇ ਵਿੱਚ ਜਿਹੜੀ ਹਿੱਸੇਦਾਰੀ ਜਿਹੜੇ ਸਾਡੇ ਲੀਡਰ ਹੈ ਮੰਗਦੇ ਸੀਗੇ, ਇੱਕ ਤਰ੍ਹਾਂ ਦਾ ਆਪਾਂ ਕਹ ਲਈਏ ਕਿ ਨੈਕਸਸ ਬਣਿਆ ਹੋਇਆ ਸੀ, ਜਿਹਦੇ ਵਿੱਚ ਬਿਊਰੋਕ੍ਰੇਸੀ ਵੀ ਇਨਵੋਲਵ ਸੀ, ਪੋਲੀਟੀਸ਼ੀਅਨ ਵੀ ਇਨਵੋਲਵ ਸੀ, ਅਤੇ ਆਮ ਲੋਕ ਵੀ ਜਿਹੜੇ ਦੇਣ ਵਾਲੇ ਨੇ ਉਹ ਵੀ ਇਨਵੋਲਵ ਸੀ, ਜਿਹਨਾਂ ਨੂੰ ਅਸੀਂ ਕਹਿ ਦਿੰਦੇ ਬੈਨੀਫਿਸ਼ਰੀ, ਕਿ ਜਿਹੜਾ ਕੋਈ ਲਾਭ ਲੈਂਦੇ ਸੀ ਰਿਸ਼ਵਤ ਦੇ ਕੇ। ਤਾਂ ਇੱਕ ਤਾਂ ਇਹ ਮੁੱਖ ਮੰਤਰੀ ਦੀ ਇਹਦੇ ਨਾਲ ਜਿਹੜੀ ਇੱਕ ਕੰਪੇਨ ਚੱਲੀ ਸੀ, ਉਹਦੇ 'ਚ ਇਹ ਮੈਸੇਜ ਗਿਆ ਕਿ ਉਹ ਹਾਲੇ ਰੁਕੀ ਨਹੀਂ। ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਇਹ ਕੋਈ ਛੋਟਾ ਕੰਮ ਨਹੀਂ ਸੀ, ਕਿਉਂਕਿ ਉਹ ਭਾਜਪਾ ਦਾ ਆਗੂ ਸੀ ਸੁੰਦਰ ਸ਼ਾਮ ਅਰੋੜਾ, ਔਰ ਭਾਜਪਾ ਦੇ ਆਗੂ ਨੂੰ ਹੱਥ ਪਾਉਣਾ ਸਮਝ ਲੈ ਕੇ ਤੁਸੀਂ ਕੇਂਦਰ ਸਰਕਾਰ ਨਾਲ ਇੱਕ ਟੱਕਰ ਲੈ ਰਹੇ ਹੋ। ਪਿਛਲੇ ਟਾਈਮ 'ਚ ਇੱਕ ਪਰਸੈਪਸ਼ਨ ਬਣੀ ਸੀ ਕਿ ਜਦੋਂ ਪਤਾ ਲੱਗਿਆ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਇੱਦਾਂ ਮੰਤਰੀਆਂ ਨੂੰ ਹੱਥ ਪਾਉਣ ਲੱਗੀ ਹੈ ਪੁਰਾਣਿਆਂ ਨੂੰ, ਤਾਂ ਬਹੁਤ ਸਾਰੇ ਵਜ਼ੀਰ ਹੈ ਜਿਹੜੇ ਉਹ ਭਾਜਪਾ 'ਚ ਸ਼ਾਮਲ ਹੋ ਗਏ ਸੀ। ਅਤੇ 5 ਜੂਨ ਵਾਲੇ ਦਿਨ ਜਿਹੜੇ ਸੁੰਦਰ ਸ਼ਾਮ ਅਰੋੜਾ ਹੈ ਉਹ ਵੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀ। ਤਾਂ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਸਿੱਧੇ ਤੌਰ 'ਤੇ ਜਿਹੜੀ ਚੁਣੌਤੀ ਹੈ ਉਹ ਭਾਜਪਾ ਨੂੰ ਦਿੱਤੀ ਹੈਗੀ ਹੈ, ਕਿਉਂਕਿ ਹੁਣ ਤੱਕ ਜਿੰਨੇ ਹੱਥ ਪਾਏ ਗਏ ਨੇ ਵਿਜੀਲੈਂਸ ਨੇ ਉਹ ਇਕੱਲੇ ਕਾਂਗਰਸ ਦੀ
ਹਕੂਮਤ ਵਾਲੇ ਲੋਕ ਸੀ, ਜਾਂ ਇਰੀਗੇਸ਼ਨ ਸਕੈਮ ਸਾਹਮਣੇ ਹੁਣ ਉਹਦੀ ਜਾਂਚ ਸ਼ੁਰੂ ਹੋਈ ਹੈ, ਉਹਦੇ ਵਿੱਚ ਵੀ ਜਿਹੜੀ ਹੁਣ ਸੂਈ ਜਾ ਕੇ ਅੱਗੇ ਸਾਬਕਾ ਅਕਾਲੀ ਵਜ਼ੀਰਾਂ ਤੇ ਟਿਕਣੀ ਹੈਗੀ ਹੈ। ਤਾਂ ਇਹਦੇ ਨਾਲ ਕਿਸੇ ਨੂੰ ਫਾਇਦਾ ਹੋਵੇ ਚਾਹੇ ਨਾ ਹੋਵੇ, ਪਰ ਮੈਨੂੰ ਇਹ ਲੱਗਦਾ ਕਿ ਇਸ ਅਰੈਸਟ ਦੇ ਨਾਲ ਸਭ ਤੋਂ ਵੱਡਾ ਫਾਇਦਾ ਜਿਹੜਾ ਉਹ ਕਾਂਗਰਸ ਨੂੰ ਰਾਹਤ ਮਿਲੇਗੀ, ਕਿਉਂਕਿ ਕਾਂਗਰਸ ਵਾਲਿਆਂ ਨੂੰ ਹੁਣ ਤੱਕ ਇਹ ਲੱਗਦਾ ਸੀ ਕਿ ਜਿਵੇਂ ਜਿਵੇਂ ਵਿਜੀਲੈਂਸ ਜਿਹੜੇ ਸਾਡੇ ਬੰਦੇ ਜਿਹੜੇ ਸ਼ੱਕ ਦੇ ਘੇਰੇ ਦੇ ਵਿੱਚ ਆਏ ਹੋਏ ਨੇ, ਕਿ ਡਰ ਦੇ ਮਾਰੇ ਭਾਜਪਾ 'ਚ ਜਾ ਰਹੇ ਨੇ ਲਗਾਤਾਰ, ਉਹਨਾਂ ਨੂੰ ਲੱਗਦਾ ਕਿ ਭਾਜਪਾ ਨੂੰ ਹੱਥ ਨਹੀਂ ਪੈਣਾ। ਪਰ ਜਦੋਂ ਹੁਣ ਇਸ ਸਰਕਾਰ ਨੇ ਭਾਜਪਾ ਦੇ ਆਗੂ ਨੂੰ ਹੱਥ ਪਾ ਲਿਆ ਹੈਗਾ, ਤਾਂ ਉਹਨਾਂ ਨੂੰ ਘੱਟੋ ਘੱਟ ਇਹ ਹੋ ਸਕਦਾ ਧਰਵਾਸ ਬਣਿਆ ਹੋਵੇ ਕਿ ਘੱਟੋ ਘੱਟ ਸਾਡੇ 'ਚੋਂ ਹੁਣ ਹੋਰ ਜਿਹੜੇ ਲੋਕ ਜਾਣ ਦੀ ਤਿਆਰੀ ਖਿੱਚੀ ਬੈਠੇ ਸੀ ਭਾਜਪਾ 'ਚ, ਉਹ ਰੁਕ ਜਾਣਗੇ, ਕਿਉਂਕਿ ਗੱਲ ਹੈ ਜਿਹੜੀ ਸੇਮ ਥਿੰਗ ਹੋ ਜਾਣੀ ਹੈਗੀ ਹੈ। ਦੂਜਾ ਵੱਡਾ ਇਹਦੇ ਵਿੱਚ ਰੋਲ ਆਤਿਸ਼ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਵਿਜੀਲੈਂਸ ਦੇ ਚੀਫ ਹੈ ਵਰਿੰਦਰ ਕੁਮਾਰ ਜੀ, ਮੈਂ ਉਹਨਾਂ ਨੂੰ ਬੜਾ ਪੁਰਾਣਾ ਜਾਣਦਾ। ਮੈਂ ਜਦੋਂ ਆਪਣੀ ਪੱਤਰਕਾਰਤਾ ਰਾਮਪੁਰਾ ਫੂਲ ਤੋਂ ਸ਼ੁਰੂ ਕੀਤੀ ਸੀ ਤਾਂ ਉਸ ਟਾਈਮ ਉਹਨਾਂ ਨੇ ਵੀ ਆਪਣੀ ਸ਼ੁਰੂਆਤ ਕਰੀਅਰ ਦੀ ਉੱਥੋਂ ਹੀ ਕੀਤੀ ਸੀਗੀ। ਉਸ ਤੋਂ ਬਾਅਦ ਉਹ ਬਠਿੰਡਾ ਦੇ ਐਸਐਸਪੀ ਰਹੇ, ਉਹਨਾਂ ਨੇ ਬੜੇ ਤਕੜੇ ਮਾਮਲੇ ਜਿਹੜੇ ਉੱਥੇ ਬਠਿੰਡੇ ਰਹਿੰਦੇ ਹੱਲ ਕੀਤੇ ਨੇ, ਔਰ ਉਹ ਦਿਆਨਤਦਾਰ ਬੜੇ ਨੇ, ਦਲੇਰ ਨੇ, ਅੱਜ ਤੱਕ ਉਹਨਾਂ 'ਤੇ ਕਿਸੇ ਕਿਸਮ ਦੀ ਕੋਈ ਉਂਗਲ ਨਹੀਂ ਉੱਠੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਫੈਸਲਾ ਡਿਸੀਜਨ ਮੇਕਿੰਗ ਦੇ ਵਿੱਚ ਬੜਾ ਫੌਰੀ ਲੈਂਦੇ ਹੈਗੇ ਨੇ। ਉਹਨਾਂ ਦੀ ਜਿਹੜੀ ਆਪਦੀ ਪਰਸਨੈਲਿਟੀ ਹੈ ਉਹ ਵੀ ਕਾਊਂਟ ਕਰਦੀ ਹੈ। ਰਾਤ ਫੈਸਲਾ ਲੈਣਾ ਐਡਾ ਵੱਡਾ, ਤੇ ਔਰ ਮੁੱਖ ਮੰਤਰੀ ਨੂੰ ਕਨਵਿੰਸ ਕਰਨਾ, ਸਾਰੇ ਚੀਜ਼ ਨੂੰ ਨੇਪਰੇ ਚਾੜਨਾ, ਇਹ ਵੀ ਇੱਕ ਵੱਡੀ ਗੱਲ ਹੁੰਦੀ ਹੈ। ਇਹ ਨਹੀਂ ਕਿ ਹੁਣ ਅੱਗੇ ਤੱਕ ਵੀ ਉਹ ਜਿਸ ਤਰ੍ਹਾਂ ਪਤਾ ਲੱਗਿਆ ਹੈ ਕਿ ਜਿਸ ਤਰ੍ਹਾਂ ਉਹ ਸਬੂਤ ਇਕੱਠੇ ਕਰ ਰਹੇ ਨੇ ਇਕੱਲੀ ਇਕੱਲੀ ਚੀਜ਼ ਦਾ, ਉਹਨਾਂ ਨੂੰ ਇਹ ਵੀ ਲੱਗਦਾ ਕਿ ਸਾਡਾ ਵਿਜੀਲੈਂਸ ਦਾ ਕਨਵਿਕਸ਼ਨ ਰੇਟ ਹੈ ਜਿਹੜਾ 33-32 ਤੇ ਆ ਕੇ ਰੁਕ ਜਾਂਦਾ ਹੈ, ਉਹਦੇ ਵਿੱਚ ਵੀ ਇਜ਼ਾਫਾ ਹੋਣਾ ਜ਼ਰੂਰੀ ਹੈ। ਇਕੱਲਾ ਇਹ ਨਹੀਂ ਕਿ ਤੁਸੀਂ ਫੜੀ ਜਾਂਦੇ ਹੋ, ਪਰਚੇ ਦਰਜ ਕਰੀ ਜਾਂਦੇ ਹੋ ਤੇ ਅਦਾਲਤਾਂ 'ਚ ਸਾਰੇ ਲੋਕ ਆ ਜਿਹੜੇ ਬਰੀ ਹੋ ਰਹੇ ਨੇ। ਤਾਂ ਇਹ ਵੀ ਇੱਕ ਦੇਖਣ ਵਾਲੀ ਗੱਲ ਹੈ। ਇੱਕ ਇਹਦਾ ਵੱਡਾ ਮੈਸੇਜ ਇਹ ਵੀ ਜਾਏਗਾ ਜਾਂ ਅਸਰ ਪਏਗਾ ਕਿ ਜਦੋਂ ਇਹਨਾਂ 'ਤੇ ਪਹਿਲਾਂ ਹੀ ਆਲਰੇਡੀ ਇੱਕ ਆਮਦਨ ਤੋਂ ਵੱਧ ਵਸੀਲਿਆਂ ਦਾ ਪਰਚਾ ਇਨਕੁਆਇਰੀ ਚੱਲ ਰਹੀ ਹੈ ਸੁੰਦਰ ਸ਼ਾਮ ਅਰੋੜਾ ਦੇ ਖਿਲਾਫ, ਤਾਂ ਇਹ 50 ਲੱਖ ਫੜੇ ਜਾਣ ਨਾਲ ਉਹ ਇਨਕੁਆਇਰੀ ਦੇ ਵਿੱਚ ਵੀ ਕੇਸ ਨੂੰ ਜਿਹੜੀ ਹੈਗੀ ਹੈ ਉਹ ਮਜ਼ਬੂਤੀ ਮਿਲੇਗੀ। ਇਹ ਵੀ ਦੇਖਣ ਵਾਲੀ ਗੱਲ ਹੈ, ਕਿਉਂਕਿ ਹੁਣ ਜਦੋਂ ਪੈਸੇ ਦੀ ਗੱਲ ਚੱਲੇਗੀ ਕਿੱਥੋਂ ਆਇਆ। ਫਿਰ ਜਿਹੜਾ ਇੱਕ JCT ਲੈਂਡ ਸਕੈਮ ਹੋਇਆ ਸੀਗਾ, ਉਹਦੇ ਵਿੱਚ ਵੀ ਜਿਹੜੀ ਹੈ ਵਿਜੀਲੈਂਸ ਨੂੰ ਮਜ਼ਬੂਤ ਹੱਥਾਂ ਨਾਲ ਪਾਉਣ ਦੀ ਜਿਹੜੀ ਬਲ ਮਿਲੇਗਾ ਵਿਜੀਲੈਂਸ ਨੂੰ। ਤਾਂ ਇਹ ਇੱਕ ਤਾਂ ਗੱਲ ਇਹ ਹੈਗਾ ਕਿ ਇਸ ਦਾ ਮੈਸੇਜ ਇਸ ਤਰ੍ਹਾਂ ਦਾ ਜਾਣਾ ਹੈਗਾ ਸਾਡੇ ਸਮਾਜ 'ਚ, ਸਾਡੀ ਸਟੇਟ ਦੇ ਵਿੱਚ। ਤੇ ਜਿਹੜੇ ਭਾਜਪਾ ਵਾਲੇ ਨੇ, ਜਿਸ ਤਰ੍ਹਾਂ ਅਸ਼ਵਨੀ ਸ਼ਰਮਾ ਦਾ ਅੱਜ ਫੌਰੀ ਰਿਐਕਸ਼ਨ ਆਇਆ ਹੈ, ਉਹਨਾਂ ਨੇ ਕਿਹਾ ਕਿ ਜਿੰਨੀ ਤੇਜ਼ੀ ਤੁਸੀਂ ਸੁੰਦਰ ਸ਼ਾਮ ਅਰੋੜਾ ਨੂੰ ਫੜਨ 'ਚ ਦਿਖਾਈ ਹੈ, ਕੀ ਤੁਸੀਂ ਆਪਣੇ ਫੌਜਾ ਸਿੰਘ ਸਰਾਰੀ ਜਿਹਦੀ ਇੱਕ ਆਡੀਓ ਵੀ ਲੀਕ ਹੋ ਚੁੱਕੀ ਹੈ, ਕੀ ਮੁੱਖ ਮੰਤਰੀ ਉਹਦੇ ਵਿੱਚ ਵੀ ਇੰਨੀ ਫੁਰਤੀ ਦਿਖਾਉਣਗੇ? ਜੀ ਬਿਲਕੁਲ। ਤਾਂ ਉਹਨਾਂ ਨੇ ਕਿਹਾ ਕਿ ਗੁਜਰਾਤ ਦੇ ਵਿੱਚ ਚੋਣਾਂ ਨੇ, ਹਿਮਾਚਲ 'ਚ ਚੋਣਾਂ ਨੇ, ਇਹ ਜਿਹੜਾ ਪੈਂਤੜ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਵਿੱਚ ਸੁੰਦਰ ਸ਼ਾਮ ਅਰੋੜਾ ਨੂੰ ਫੜਨ ਦਾ, ਉਹ ਉਸ ਨਾਲ ਜੋੜ ਰਹੇ ਨੇ ਕਿ ਇਸ ਮੁਹਿੰਮ ਦੇ ਤਹਿਤ ਇਹਨਾਂ ਨੂੰ ਫੜਿਆ ਗਿਆ। ਪਰ ਦੇਖੋ, ਇਹ ਕੋਈ ਵਿਜੀਲੈਂਸ ਦੀ ਪਹਿਲ ਤਾਂ ਹੈ ਨਹੀਂ, ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ। ਪਹਿਲ ਤਾਂ ਇਹ ਸੁੰਦਰ ਸ਼ਾਮ ਅਰੋੜਾ ਦੀ ਖੁਦ ਹੀ ਹੈਗੀ ਹੈ ਕਿ ਜਿਵੇਂ ਉਹਨਾਂ ਨੇ ਕੌਨਫੀਡੈਂਸ ਦਿਖਾ ਕੇ ਖੁਦ ਹੀ ਜਿਹੜੀ ਬਾਰਗੇਨਿੰਗ ਕਰਨੀ ਜਾਂ ਉੱਥੇ ਰਿਸ਼ਵਤ ਦੇਣ ਦਾ ਚਲੇ ਗਏ ਉਹਦੇ ਘਰ ਤੱਕ, ਤਾਂ ਇਹ ਵੀ ਵੱਡੀ ਗੱਲ ਹੈਗੀ ਹੈ। ਇਹ ਤਾਂ ਆਪਾਂ ਕਿਸ ਤੋਂ ਭੁੱਲ ਹੀ ਨਹੀਂ, ਸਾਡੇ ਦਰਸ਼ਕ ਵੀ ਭਲੀ ਭਾਂਤ ਜਾਣੂ ਹੈ ਕਿ ਅੱਜ ਜੇ ਪੰਜਾਬ ਇਸ ਹਾਸ਼ੀਏ 'ਤੇ ਖੜਾ ਹੈਗਾ ਤਾਂ ਉਹਦਾ ਕਾਰਨ ਵੱਡਾ ਇਹ ਹੈ ਕਿ ਇਹਦੇ ਵਿੱਚ ਜਿਹੜੀ ਕਰਪਸ਼ਨ ਹੈ, ਜਿਹੜਾ ਰਿਸ਼ਵਤ ਹੈ, ਉਹ ਦਲਦਲ ਦੇ ਵਿੱਚ ਧਸਿਆ ਹੋਇਆ ਸਾਡਾ ਜਿਹੜਾ ਸਮਾਜ ਹੈ, ਸਾਡੀ ਸੁਸਾਇਟੀ ਹੈ, ਸਾਡੀ ਜ਼ਿੰਦਗੀ ਦਾ ਇੱਕ ਤਰ੍ਹਾਂ ਦਾ ਪਾਰਟ ਬਣ ਗਈ ਹੈ। ਕਰਪਸ਼ਨ ਸਾਨੂੰ ਹੁਣ ਓਪਰੀ ਨਹੀਂ ਲੱਗਦੀ। ਇੱਕ ਰਵੀ ਸਿੱਧੂ ਵਾਲਾ ਕੇਸ ਤੁਹਾਡੇ ਯਾਦ ਹੋਊਗਾ ਕਿ 2002 ਦੇ ਵਿੱਚ ਹੋਇਆ ਸੀਗਾ। ਉਦੋਂ ਵੀ ਇੱਕ ਪਤਾ ਲੱਗਿਆ ਕਿ ਰੋਪੜ ਦੇ ਵਿੱਚ ਜਦੋਂ ਪੈਸੇ ਗਿਣਨੇ ਸੀਗੇ ਤਾਂ ਮਸ਼ੀਨਾਂ ਲਿਆਂਦੀਆਂ ਗਈਆਂ ਸੀ ਨੋਟ ਗਿਣਨ ਵਾਲੀਆਂ, ਤਾਂ ਉਹ ਨੋਟ ਗਿਣਨ ਵਾਲੀਆਂ ਮਸ਼ੀਨਾਂ ਵੀ ਜਾਮ ਹੋ ਗਈਆਂ ਸੀ। ਤਾਂ ਹੁਣ ਵੀ ਜਿਵੇਂ ਅਰੋੜਾ ਸਾਹਿਬ ਨਾਲ ਆਪਣੇ ਇੱਕ ਨੋਟ ਗਿਣਨ ਵਾਲੀ ਮਸ਼ੀਨ ਲੈ ਕੇ ਆਏ ਸੀ, ਤਾਂ ਜਿਸ ਸਮਾਜ ਦੇ ਵਿੱਚ ਨੋਟ ਗਿਣਨ ਵਾਲੀਆਂ ਮਸ਼ੀਨਾਂ ਜਾਮ ਹੁੰਦੀਆਂ ਹੋਣੀ ਰਿਸ਼ਵਤ ਦੇ ਪੈਸੇ ਗਿਣਦੀਆਂ, ਤਾਂ ਉੱਥੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਜਿਸ ਤਰ੍ਹਾਂ ਇੱਕ ਸਪੇਨ ਦੀ ਕਹਾਵਤ ਹੈ ਕਿ ਜਿਹੜੀ ਦੌਲਤ ਹੈ ਜਾਂ ਪੈਸਾ ਹੈ, ਇਹ ਬਿੱਲੀਆਂ ਨੂੰ ਨੱਚਣ ਲਾ ਦਿੰਦਾ ਹੈ ਤੇ ਕੁੱਤਿਆਂ ਨੂੰ ਗਾਉਣ ਲਾ ਦਿੰਦਾ ਹੈ। ਸਾਡੇ ਸਮਾਜ ਤਾਂ ਬਹੁਤ ਸਾਰੇ ਇਹੋ ਜਿਹੇ ਲੋਕ ਨੇ, ਚਾਹੇ ਉਹ ਪੋਲੀਟੀਸ਼ੀਅਨ ਨੇ, ਚਾਹੇ ਉਹ ਅਫਸਰ ਨੇ, ਕਿ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਕਿ ਉਹ ਸਾਹ ਹੈ ਜਿਹੜਾ ਉਹੀ ਆਪਦਾ ਲੈਂਦੇ ਨੇ, ਬਾਕੀ ਸਾਰਾ ਪਰਾਇਆ ਮਾਲ ਹੀ ਛਕਦੇ ਨੇ। ਜੀ ਚਰਨਜੀਤ ਜੀ, ਇਹ ਤਾਂ ਜਿਹੜੀ ਗ੍ਰਿਫਤਾਰੀ ਪਈ ਹੈ ਬਹੁਤ ਤਾਜ਼ੇ ਮਾਮਲੇ 'ਚ ਪਈ ਹੈ। ਜੇ ਪਿਛੋਕੜ ਦੀ ਗੱਲ ਕਰੀਏ, ਜਿਵੇਂ ਪਹਿਲਾਂ ਤਾਂ ਤੁਸੀਂ 2 ਮਾਮਲੇ ਦੱਸੇ ਨੇ ਵੀ ਕਿ ਇਹਨਾਂ ਦੇ ਖਿਲਾਫ ਜਿਹੜੇ ਪਹਿਲਾਂ ਚੱਲ ਰਹੇ ਨੇ, ਅਸੀਂ ਜਾਣਨਾ ਚਾਹਾਂਗੇ ਵੀ ਕਿ ਉਹ ਮਾਮਲੇ ਕੀ ਨੇ। ਇਸ ਦੇ ਨਾਲ ਹੀ ਵੱਡੀ ਗੱਲ ਇਹ ਵੀ ਆਉਂਦੀ ਹੈ ਵੀ ਕਿ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਵੀ ਸੁੰਦਰ ਸ਼ਾਮ ਅਰੋੜਾ ਨੂੰ 2 ਵਾਰ ਸੱਦਿਆ ਗਿਆ, ਵੀ ਕਿ ਉਹ ਕਿਹੜੇ ਮਾਮਲਿਆਂ 'ਚ ਸੱਦਿਆ ਗਿਆ, ਉਹ ਪੂਰੇ ਮਾਮਲੇ ਕੀ ਨੇ? ਦੇਖੋ, ਪਹਿਲਾਂ ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਸੀ,
ਉਦੋਂ ਹੀ ਮਸਲੇ ਬੜੇ ਹਾਈਲਾਈਟ ਹੁੰਦੇ ਰਹੇ ਨੇ। ਇਹ ਤਿੰਨ ਮਸਲੇ ਨੇ ਜਿਹੜੇ ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਨਾਲ ਜੁੜੇ ਹੋਏ ਨੇ। ਇੱਕ ਮਾਮਲਾ ਅਤਿਸ਼ ਇਹ ਹੈਗਾ ਕਿ ਇੱਕ ਆਨੰਦ ਲੈਂਪਸ ਲਿਮਟਡ ਨਾਮ ਦੀ ਕੰਪਨੀ ਸੀਗੀ, ਜਿਹਨੂੰ 1987 ਦੇ ਵਿੱਚ 26 ਏਕੜ ਜ਼ਮੀਨ ਅਲਾਟ ਹੁੰਦੀ ਹੈ। ਉਸ ਤੋਂ ਬਾਅਦ ਉਹ ਕੰਪਨੀ ਆਪਣਾ ਕਾਰੋਬਾਰ ਵਾਈਂਡ ਅਪ ਕਰਕੇ ਆਪਣੇ ਮੁਲਾਜ਼ਮਾਂ ਦੀ ਛਾਂਟੀ ਕਰਕੇ ਪੰਜਾਬ ਦੇ ਵਿੱਚੋਂ ਚਲੀ ਜਾਂਦੀ ਹੈਗੀ ਹੈ। ਅੱਗੇ ਜਿਹੜੀ ਕਾਰਪੋਰੇਸ਼ਨ ਹੈ ਉਸ ਜਿਹੜੀ 26 ਏਕੜ ਨੂੰ 12 ਪਲਾਂਟਾਂ ਦੇ ਵਿੱਚ ਡਿਵਾਈਡ ਕਰਕੇ ਉਹਨੂੰ ਸੇਲ ਕਰ ਦਿੰਦੀ ਹੈ। ਪਰ ਸੇਲ ਕੀ ਕਰਦੀ ਹੈ? 125 ਬੰਦਿਆਂ ਨੂੰ ਸੇਲ ਕਰਦੀ ਹੈ। ਉਹਦੇ ਵਿੱਚ ਦੱਸਦੇ ਨੇ ਕਿ ਬਹੁਤ ਵੱਡਾ ਕਾਲਾ ਮਾਲਾ ਹੋਇਆ, ਪਰ ਅੱਜ ਤੱਕ ਵਿਜੀਲੈਂਸ ਨੇ ਜਾਂ ਹੋਰ ਕਿਸੇ ਇਨਵੈਸਟੀਗੇਸ਼ਨ ਏਜੰਸੀ ਨੇ ਇਸ ਮਸਲੇ ਨੂੰ ਹੱਥ ਨਹੀਂ ਪਾਇਆ। ਦੂਸਰਾ ਮਸਲਾ ਸੀ JCT ਲੈਂਡ ਸਕੈਮ। ਹਰਪਾਲ ਸਿੰਘ ਚੀਮਾ ਜਦੋਂ ਆਪੋਜੀਸ਼ਨ ਲੀਡਰ ਹੁੰਦੇ ਸੀ ਤਾਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਮਸਲੇ ਨੂੰ ਇਸ ਨੂੰ ਰੇਜ਼ ਕੀਤਾ ਸੀ। ਉਹਦੇ ਵਿੱਚ ਇਹ ਸੀ ਕਿ JCT ਲੈਂਡ ਹੈ ਸਕੈਮ ਸੀ ਜਿਹੜਾ, ਉਹਦੇ ਵਿੱਚ ਜਿਹੜੀ ਲੈਂਡ ਹੈ ਉਹ ਪੰਜਾਬ ਇਨਫੋਟੈਕ ਨੇ ਉਹਨਾਂ ਨੂੰ ਅਲਾਟ ਕੀਤੀ ਸੀ 1984 ਦੇ ਵਿੱਚ, ਤਕਰੀਬਨ 32 ਏਕੜ ਦੇ ਕਰੀਬ। ਮੁੜ ਕੇ ਉਹ ਕੰਪਨੀ ਚਲੀ ਗਈ। ਉਸ ਕੰਪਨੀ ਨੂੰ ਅੱਗੇ ਪਿਛਲੀ ਸਰਕਾਰ ਨੇ ਇੱਕੋ ਕੰਪਨੀ ਨੂੰ ਉਸ ਪੂਰਾ ਜਿਹੜਾ 32 ਏਕੜ ਸੀ ਉਹ ਕੌਡੀਆਂ ਦੇ ਭਾਅ ਵੇਚ ਦਿੱਤਾ ਸੀ। ਜਦੋਂ ਇਹ ਰੌਲਾ ਪਿਆ ਸੀ ਤਾਂ ਅਮਰਿੰਦਰ ਸਿੰਘ ਨੇ AG ਤੋਂ ਇਸ ਦੀ ਜਾਂ ਫਾਈਨਾਂਸ ਡਿਪਾਰਟਮੈਂਟ ਤੋਂ ਜਾਂਚ ਵੀ ਕਰਾਈ ਸੀ, ਜਿਹਦੇ ਵਿੱਚ ਇਹ ਸਾਹਮਣੇ ਆਇਆ ਸੀ ਕਿ 125 ਕਰੋੜ ਰੁਪਏ ਦਾ ਸਰਕਾਰੀ ਖਜ਼ਾਨੇ ਨੂੰ 125 ਕਰੋੜ ਰੁਪਏ ਦਾ ਲਾਸ ਹੋਇਆ ਹੈ। ਇਹ ਗੱਲ ਐਡਮਿਟ ਕੀਤੀ ਗਈ ਸੀਗੀ। ਇੱਕ ਸਕੈਮ ਹੈ ਜਿਹੜਾ ਇਹ ਸੀ, ਉਹਦੇ ਵਿੱਚ ਇਹ ਸੀ ਕਿ ਇੱਕ ਤਾਂ ਨੋਰਮਸ ਨੂੰ ਤੋੜ ਕੇ ਕਿ ਜਿਹੜੇ ਪਰਪਸ ਲਈ ਲੈਂਡ ਅਕਵਾਇਰ ਕੀਤੀ ਗਈ ਸੀ ਉਸ ਲਈ ਅੱਗੇ ਦਿੱਤੀ ਨਹੀਂ ਗਈ। ਦੂਸਰਾ, ਉਸ ਨੂੰ ਮਾਰਕੀਟ ਭਾਅ 'ਤੇ ਮੁਕਾਬਲੇ ਦੇ ਵਿੱਚ ਦੇਣ ਦੀ ਬਜਾਏ ਉਹਨਾਂ ਨੂੰ ਜ਼ਮੀਨ ਇੱਕੋ ਕੰਪਨੀ ਨੂੰ ਅਲਾਟ ਕਰ ਦਿੱਤੀ ਗਈ ਸੀ, ਜਿਹਦੇ ਨਾਲ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗਿਆ ਸੀ। ਇਸ ਦੀ ਜਾਂਚ ਜਿਹੜਾ ਵਿਜੀਲੈਂਸ ਕਰ ਰਿਹਾ। ਤੀਸਰਾ ਮਸਲਾ ਸੀ ਇੰਡਸਟਰੀਅਲ ਫੋਕਲ ਪੁਆਇੰਟਸ ਦਾ। ਇੰਡਸਟਰੀਅਲ ਫੋਕਲ ਪੁਆਇੰਟਸ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਬਣੇ ਹੋਏ, ਜਿਹਦੇ ਵਿੱਚ ਬਹੁਤ ਸਾਰੇ ਪਲਾਟ ਅਜੇ ਖਾਲੀ ਪਏ ਨੇ। ਤਾਂ ਇਹ ਐਕਸਪੋਰਟ ਕਾਰਪੋਰੇਸ਼ਨ ਹੈ ਜਿਹੜੀ, ਇਹਨਾਂ ਨੇ ਉਹਨਾਂ ਦੀ ਕੁਝ ਫੇਕ ਅਲਾਟਮੈਂਟ ਕੀਤੇ ਜਾਣ ਦੀ ਚਰਚਾ ਹੈਗੀ ਹੈ ਕਿ ਉਹਨਾਂ ਨੇ ਇਹ ਬੰਦਿਆਂ ਨੂੰ ਵੇਚ ਕੇ ਅੱਗੇ ਗਾਹਾਂ ਥਰਡ ਪਾਰਟੀ ਨੂੰ ਸੇਲ ਕਰਤੇ ਸੀਗੇ। ਇਹ ਵੀ ਬੜੀ ਵੱਡਾ ਇੱਕ ਘੁਟਾਲਾ ਹੈਗਾ। ਇਹਦੀ ਜਾਂਚ ਵੀ ਹਜੇ ਚੱਲ ਰਹੀ ਹੈ। ਇਹਦੇ ਵਿੱਚ ਵੀ ਅਲਾਟਮੈਂਟ ਹੋਈ ਸੀਗੀ ਔਰ ਨੋਮੀਨਲ ਰੇਟ ਤੇ ਹੋਈ ਸੀ, ਅੱਗੇ ਜਾ ਕੇ ਮਹਿੰਗੇ ਭਾਅ ਤੇ ਵੇਚੀ ਗਈ ਸੀ ਜ਼ਮੀਨ। ਇਹ ਤਿੰਨ ਮਸਲੇ ਹੈ ਜਿਹੜੇ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਨਾਲ ਜੁੜੇ ਹੋਏ ਨੇ। ਇਸ ਨੂੰ ਲੈ ਕੇ ਪਹਿਲਾਂ ਤਾਂ ਅਮਰਿੰਦਰ ਸਰਕਾਰ ਨੇ 2018 ਦੇ ਵਿੱਚ ਵਿਜੀਲੈਂਸ ਦੀ ਇਨਕੁਆਇਰੀ ਲੱਗੀ ਸੀ, ਜਿਹੜਾ 3 ਨੰਬਰ ਸੀ, ਉਹਦੇ ਵਿੱਚ ਇਹਦੀ ਜਾਂਚ ਕੀਤੀ ਗਈ ਸੀ। ਤੇ ਜਦੋਂ ਜਾਂਚ ਮੁਕੰਮਲ ਹੋ ਗਈ ਸੀ ਤਾਂ ਉਦੋਂ ਜਿਹੜਾ ਐਕਸਪੋਰਟ ਕਾਰਪੋਰੇਸ਼ਨ ਨੂੰ ਲੈਟਰ ਲਿਖੀ ਸੀ ਵਿਜੀਲੈਂਸ ਨੇ ਕਿ ਅਸੀਂ ਤੁਹਾਡੇ ਇਹਨਾਂ ਅਧਿਕਾਰੀਆਂ ਦੇ ਖਿਲਾਫ ਜਿਹੜਾ ਪਰਚਾ ਪ੍ਰਵਾਨਗੀ ਮੰਗੀ ਸੀਗੀ ਪਰਚਾ ਦਰਜ ਕਰਨ ਦੀ, ਤਾਂ ਪ੍ਰਵਾਨਗੀ ਦਿੱਤੀ ਨਹੀਂ ਗਈ ਸੀ। ਤਾਂ ਉਦੋਂ ਹਵਾਲਾ ਦਿੱਤਾ ਗਿਆ ਸੀ ਕਿ ਮੁੱਖ ਮੰਤਰੀ ਨੇ ਇੱਕ ਲੈਟਰ ਦਿੱਤਾ ਹੈ ਜਿਸ ਦੇ ਵਿੱਚ ਉਹਨੇ ਕਿਹਾ ਕਿ ਇਹਦੀ ਇਨਕੁਆਇਰੀ ਦੀ ਲੋੜ ਨਹੀਂ, ਤੇ 3 ਮੈਂਬਰੀ ਕਮੇਟੀ ਬਣਾਈ ਗਈ ਸੀ ਅਫਸਰਾਂ ਦੀ ਕਿ ਇਹ ਇਨਕੁਆਇਰੀ ਕਰੇਗੀ ਸੀ। ਉਹਦੇ ਨਾਲ ਜਿਹੜੇ ਇਨਕੁਆਇਰੀ ਨੰਬਰ 3 ਸੀ ਵਿਜੀਲੈਂਸ ਦੀ, ਉਹਦਾ ਕੇਸ ਹੈ ਜਿਹੜਾ ਠੱਪ ਹੋ ਗਿਆ ਸੀ ਉੱਥੇ। ਉਸ ਤੋਂ ਬਾਅਦ ਜਦੋਂ ਫੇਰ ਇਹਦਾ ਰੌਲਾ ਰੱਪਾ ਪੈਂਦਾ ਰਿਹਾ ਤਾਂ ਫਿਰ ਇਹ 2021 'ਚ ਜਾ ਕੇ ਇਨਕੁਆਇਰੀ ਨੰਬਰ 4 ਦਰਜ ਹੁੰਦੀ ਹੈ। 4 ਦੇ ਵਿੱਚ ਵੀ ਸੇਮ ਥਿੰਗ ਹੁੰਦੀ ਹੈ। ਸਾਰਾ ਕੁਝ ਹੋ ਕੇ ਜਦੋਂ ਮੁੜ ਕੇ ਫੇਰ ਪੜਤਾਲ ਕਰਨ ਤੋਂ ਬਾਅਦ ਜਦੋਂ ਉਹਦੀ ਪ੍ਰਵਾਨਗੀ ਮੰਗੀ ਜਾਂਦੀ ਹੈ ਕਾਰਪੋਰੇਸ਼ਨ ਤੋਂ, ਤਾਂ ਕਾਰਪੋਰੇਸ਼ਨ ਉਹੀ ਹਵਾਲਾ ਫੇਰ ਦੇ ਦਿੰਦੇ ਹੈ ਕਿ ਜਿਹੜੇ ਮਾਮਲੇ ਦੀ ਪਹਿਲਾਂ ਸਟੇਟਸ ਹੈਗਾ, ਇਹਦੀ ਪੜਤਾਲ ਹੋ ਚੁੱਕੀ ਹੈ, ਇਹਦੀ ਦੁਬਾਰਾ ਲੋੜ ਨਹੀਂ। ਤਾਂ ਉਦੋਂ ਵੀ ਜਿਹੜੇ ਇਨਕੁਆਇਰੀ ਆਫੀਸਰ ਹੁੰਦੇ ਉਹ ਆਸ਼ੀਸ਼ ਕਪੂਰ ਹੁੰਦੇ, ਜਿਹੜੇ ਅੱਜ ਕੱਲ੍ਹ ਵਿਜੀਲੈਂਸ ਦੇ ਵਿੱਚ ਹੈਗੇ ਨੇ। ਤਾਂ ਇਹ ਵੀ ਆਪਾਂ ਟਰੈਕ ਤੋਂ ਪਾਸੇ ਹੋ ਕੇ ਗੱਲ ਕਰੀਏ ਤਾਂ ਆਸ਼ੀਸ਼ ਕਪੂਰ ਨਾਲ ਜਿਹੜੀ ਵਿਜੀਲੈਂਸ ਦੀ ਸਾਖ ਹੈ ਜਿਹੜੀ ਡਿੱਗੀ ਸੀਗੀ ਕਿ ਵਿਜੀਲੈਂਸ ਬਾਰੇ ਇੱਕ ਪ੍ਰਭਾਵ ਵੀ ਬਣਿਆ ਸੀ ਇਹ ਇਨਵੈਸਟੀਗੇਸ਼ਨ ਏਜੰਸੀ, ਜਿਵੇਂ ਅੱਜ ਕੱਲ੍ਹ CBI ਬਾਰੇ ਜਾਂ ED ਬਾਰੇ ਬਣ ਗਿਆ, ਕ੍ਰੈਡੀਬਿਲਿਟੀ ਲੂਜ਼ ਹੋਈ ਹੈ, ਉਸ ਤਰ੍ਹਾਂ ਵਿਜੀਲੈਂਸ ਦੀ ਕ੍ਰੈਡੀਬਿਲਿਟੀ ਵੀ ਲੂਜ਼ ਹੋ ਚੁੱਕੀ ਸੀ। ਆਸ਼ੀਸ਼ ਕਪੂਰ ਵਾਲਾ ਕੇਸ ਆਪਣੇ ਸਾਹਮਣੇ ਹੈ। ਤਾਂ ਘੱਟੋ ਘੱਟ ਜਿਹੜੇ ਹੁਣ ਵਿਜੀਲੈਂਸ ਚੀਫ ਹੈ ਵਰਿੰਦਰ ਕੁਮਾਰ, ਇਹਨਾਂ ਨੇ ਦੀ ਕ੍ਰੈਡੀਬਿਲਿਟੀ ਜਿਹੜੀ ਉੱਚੀ ਕੀਤੀ ਹੈ, ਖਾਸ ਕਰਕੇ ਸੁੰਦਰ ਸ਼ਾਮ ਅਰੋੜਾ ਵਾਲੇ ਕੇਸ ਨੇ। ਤਾਂ ਫਿਰ ਆਪਾਂ ਉੱਥੇ ਗੱਲ ਨੂੰ ਲੈ ਕੇ ਆਈਏ ਤਾਂ ਜਿਹੜੀ 4 ਨੰਬਰ ਇਨਕੁਆਇਰੀ ਸੀ ਉਹਦਾ ਹਸ਼ਰ ਵੀ ਉਹੀ ਹੋਇਆ ਜਿਹੜਾ ਪਹਿਲਾਂ ਹੋਇਆ ਸੀ। ਸੋ ਹੁਣ ਇਨਕੁਆਇਰੀ ਨੰਬਰ 6 ਦਰਜ ਹੋਈ ਹੈ, ਜਿਹਦੇ ਵਿੱਚ 15 ਸਤੰਬਰ ਨੂੰ ਵਿਜੀਲੈਂਸ ਨੇ ਮੁੜ ਐਕਸਪੋਰਟ ਕਾਰਪੋਰੇਸ਼ਨ ਨੂੰ ਇੱਕ ਲੈਟਰ ਲਿਖਿਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਉਹ ਲੈਟਰ ਦਿਖਾਓ ਜਿਹੜਾ ਮੁੱਖ ਮੰਤਰੀ ਨੇ ਲਿਖਿਆ ਸੀ। ਪਤਾ ਲੱਗਿਆ ਸੀ ਕਿ ਉਹ ਮੁੱਖ ਮੰਤਰੀ ਨੇ ਕੋਈ ਲੈਟਰ ਲਿਖਿਆ ਹੀ ਨਹੀਂ ਸੀ, ਉਹ ਜ਼ਬਾਨੀ ਕਲਾਮੀ ਗੱਲਾਂ ਸੀ। ਤਾਂ ਹੁਣ ਉਹਦੇ ਵਿੱਚ ਭਾਜੜ ਮੱਚ ਗਈ। ਜਿਸ ਤਰ੍ਹਾਂ ਪਹਿਲਾਂ ਕੁਝ ਸ਼ੱਕੀ ਪਲਾਟ ਸੀਗੇ, ਉਹਨਾਂ ਦਾ ਰਿਕਾਰਡ ਮੰਗਿਆ ਤਾਂ ਐਕਸਪੋਰਟ ਕਾਰਪੋਰੇਸ਼ਨ ਨੇ ਕਹਿਤਾ ਸੀ ਕਿ ਉਹਨਾਂ ਨੂੰ ਤਾਂ ਸਿਉਂਕ ਖਾ ਗਈ ਹੈ ਜੀ। ਹੁਣ ਜੋ ਲੈਟਰ ਦੀ ਗੱਲ ਚੱਲੀ ਹੈ, ਪਤਾ ਲੱਗਿਆ ਕਿ ਕਾਰਪੋਰੇਸ਼ਨ ਵਾਲੇ ਹੁਣ ਇਹ ਘਾੜਤ ਕੱਢ ਰਹੇ ਨੇ ਕਿ ਜੀ ਉਹ ਤਾਂ ਗੁੰਮ ਹੋ ਗਿਆ ਲੈਟਰ। ਉਹਦੇ ਬਾਰੇ ਕੋਈ ਪੁਲਿਸ ਕੇਸ ਦਰਜ ਕਰਾਉਣ ਦੀ ਵੀ ਪਹੁੰਚ ਹੈ ਜਿਹੜੀ ਉਹ ਚੰਡੀਗੜ੍ਹ ਪੁਲਿਸ ਕੋਲੇ ਕਰ ਰਹੇ ਨੇ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਜੇ ਆਪਾਂ ਮਿਲ ਕੇ ਜਾਂ ਗੱਲ ਕਰਕੇ ਹੋਰ ਪਤਾ ਲੱਗ ਸਕਦਾ ਹੈਗਾ। ਤਾਂ ਇਹ ਜਿਹੜੀਆਂ 3 ਮਾਮਲੇ ਸੀ, ਇਹਨਾਂ ਵਿੱਚ 2 ਪੜਤਾਲਾਂ ਹੋ ਗਈਆਂ ਨੇ, ਤੀਜੀ ਚੱਲ ਰਹੀ ਹੈ।
ਹੁਣ ਜਦੋਂ ਇਹ ਸੁੰਦਰ ਸ਼ਾਮ ਅਰੋੜਾ ਵਿਜੀਲੈਂਸ ਦੀ ਹਿਰਾਸਤ ਦੇ ਵਿੱਚ ਆ ਗਏ ਨੇ ਤਾਂ ਹੁਣ ਮੁੜ ਇਹ ਜਿਹੜੇ ਤਿੰਨੇ ਕੇਸ ਹੈ ਖੁੱਲਣ ਦੇ ਅਸਾਰ ਬਣ ਗਏ ਹੈ, ਜਿਹਦੇ ਵਿੱਚ ਜ਼ਰੂਰ ਕੁਝ ਨਾ ਕੁਝ ਫਰੂਟਫੁਲ ਸਾਹਮਣੇ ਆਏਗਾ। ਜੀ ਚਰਨਜੀਤ ਜੀ, ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਦੱਸਿਆ ਵੀ ਕਿ ਮੁੱਖ ਮੰਤਰੀ ਨੇ 16 ਮਾਰਚ ਨੂੰ ਸਹੁੰ ਚੁੱਕਦਿਆਂ ਹੀ ਕਿਹਾ ਸੀ ਵੀ ਅਸੀਂ ਇੱਕ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਵਾਂਗੇ, ਭ੍ਰਿਸ਼ਟਾਚਾਰ ਨੂੰ ਜੜ ਤੋਂ ਜਿਹੜਾ ਹੈਗਾ ਖਤਮ ਕਰਾਂਗੇ, ਤੇ 7 ਮਹੀਨਿਆਂ 'ਚ ਵੱਡੀ ਗਿਣਤੀ 'ਚ ਫੜੋਫੜੀ ਜਿਹੜੀ ਹੈਗੀ ਸਰਕਾਰ ਨੇ ਕੀਤੀ ਹੈ। ਅਸੀਂ ਜਾਣਨਾ ਚਾਹਾਂਗੇ ਕੀ ਤੁਹਾਨੂੰ ਲੱਗਦਾ ਹੈ ਜਿਸ ਤਰ੍ਹਾਂ ਸਾਬਕਾ ਮੰਤਰੀਆਂ ਨੂੰ ਫੜਿਆ ਜਾ ਰਿਹਾ, ਇਸ ਤਰ੍ਹਾਂ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਹੋ ਜਾਏਗਾ? ਇਸ ਦੇ ਨਾਲ ਹੀ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਕਿ ਸਰਕਾਰ ਸਾਬਕਾ ਮੰਤਰੀਆਂ ਖਿਲਾਫ ਕਾਰਵਾਈ ਕਰ ਰਹੀ ਹੈ, ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰ ਰਹੀ ਹੈ, ਠੀਕ ਹੈ, ਕਿ ਸਰਕਾਰ ਦਾ ਕੰਮ ਇੰਨਾ ਕੀ ਹੈ, ਇੰਨੇ ਕੁ ਦੇ ਵਿੱਚ ਹੀ ਸਰਕਾਰ ਹੋਰ ਕੰਮਾਂ ਤੋਂ ਜਿਹੜਾ ਹੈਗਾ ਬਰੀ ਹੋ ਜਾਂਦੀ ਹੈ? ਦੇਖੋ, ਕਿਸੇ ਵੀ ਸਰਕਾਰ ਦਾ ਅੰਕਲਨ ਕਰਨਾ ਹੋਵੇ ਉਹਦੇ ਲਈ 7 ਮਹੀਨੇ ਕਾਫੀ ਹੁੰਦੇ ਨੇ, ਪਰ ਇਹ ਵੀ ਕਾਫੀ ਨਹੀਂ ਕਿ ਅਸੀਂ ਕਹੀਏ ਕਿ ਥੋੜ੍ਹੇ ਕੁ ਦਿਨਾਂ ਬਾਅਦ ਅਸੀਂ ਇੱਕ ਨਵਾਂ ਸਾਬਕਾ ਮੰਤਰੀ ਜਾਂ ਕੋਈ ਆਗੂ ਫੜ ਲਈਏ ਤੇ ਉਹਦੇ ਵਿੱਚ ਹੀ ਸਾਰਾ ਉਸੇ ਨੂੰ ਹਾਈਲਾਈਟ ਕਰਕੇ ਅਸੀਂ ਬਾਕੀ ਗੱਲਾਂ ਤੋਂ ਕਿਨਾਰਾ ਕਰ ਲਈਏ। ਜਦੋਂ ਅਸੀਂ ਸਮੁੱਚੀ ਸਰਕਾਰ ਦਾ ਮੁਲਾਂਕਣ ਕਰਾਂਗੇ, ਉਹਦੀ ਕਾਰਗੁਜ਼ਾਰੀ ਦਾ, ਤਾਂ ਅਸੀਂ ਸਾਰੇ ਪੱਖ ਦੇਖਾਂਗੇ। ਇਹ ਇੱਕ ਵੱਡਾ ਪੱਖ ਜ਼ਰੂਰ ਹੈਗਾ। ਆਪਾਂ ਇਹ ਨਹੀਂ ਕਹਿ ਸਕਦੇ ਆਤਿਸ਼ ਕਿ ਭ੍ਰਿਸ਼ਟਾਚਾਰ ਹੈ ਜਿਹੜਾ ਸਾਡਾ ਸਮਾਜ ਹੈ ਜਿਹੜਾ ਉਹ ਮੁਕਤ ਹੋ ਜਾਏਗਾ, ਸਟੇਟ ਮੁਕਤ ਹੋ ਜਾਏਗਾ, ਕਿਉਂਕਿ ਲੰਬੇ ਜੁਗਾਂ ਜਗੰਤਰਾਂ ਤੋਂ ਚੱਲੀ ਆ ਰਹੀ ਗੱਲ ਹੈ। ਸਾਡੀ ਜਿਹੜੀ ਸਾਈਕੀ ਦਾ ਇੱਕ ਪਾਰਟ ਬਣ ਗਿਆ ਜਿਹੜਾ ਭ੍ਰਿਸ਼ਟਾਚਾਰ ਹੈਗਾ। ਇਸ ਨੂੰ ਰਾਤੋਂ ਰਾਤ ਜਿਹੜਾ ਖਤਮ ਨਹੀਂ ਕੀਤਾ ਜਾ ਸਕਦਾ, ਪਰ ਇਹਨੂੰ ਠੱਲ ਹੈ ਜਿਹੜੀ ਉਹ ਜ਼ਰੂਰ ਪੈ ਸਕਦੀ ਹੈਗੀ ਹੈ। ਉਹ ਵੀ ਇੱਕ ਟੈਸਟ ਕੇਸ ਹੈ ਭਗਵੰਤ ਮਾਨ ਲਈ ਇਹ, ਕਿ ਜੇ ਇਸੇ ਦਰ ਤੇ ਇਸੇ ਸਟ੍ਰੈਸ ਨਾਲ ਚੱਲੇਗੀ ਇਹ ਮੁਹਿੰਮ, ਅੱਗੇ ਵਧੇਗੀ ਜ਼ੋਰ ਸ਼ੋਰ ਨਾਲ, ਤਾਂ ਹੀ ਇਹ 5 ਸਾਲ ਦੇਖਿਆ ਜਾਏਗਾ। ਹੁਣ ਜਿਵੇਂ ਇਸ ਤਰ੍ਹਾਂ ਦੇ ਇਹਨਾਂ ਦੇ ਆਪਣੇ ਜਿਹੜੇ ਵਿਜੇ ਸਿੰਗਲਾ ਜੀ ਫੜੇ ਸੀ, ਉਹਨਾਂ ਬਾਰੇ ਕਿਹਾ ਜਾਂਦਾ ਕਿ ਜੀ ਉਹ ਦੇਖੋ ਤਾਂ ਬਾਹਰ ਆ ਗਏ ਨੇ ਹੁਣ, ਜਾਂ ਫੌਜਾ ਸਿੰਘ ਸਰਾਰੀ ਵਾਲਾ ਕੇਸ ਹੈ, ਤਾਂ ਭਾਜਪਾ ਵੀ ਤਾਂ ਹੁਣ ਇਹੀ ਕਹਿ ਰਹੀ ਹੈ, ਪਹਿਲਾਂ ਕਾਂਗਰਸ ਵਾਲੇ ਵੀ ਤਾਂ ਇਹੀ ਕਹਿ ਰਹੇ ਸੀ ਕਿ ਫੌਜਾ ਸਿੰਘ ਸਰਾਰੀ ਦੀ ਆਡੀਓ ਵੀ ਆ ਗਈ ਹੈ, ਉਹਦੇ ਖਿਲਾਫ ਕਿਉਂ ਨਹੀਂ ਕਾਰਵਾਈ ਹੋ ਰਹੀ। ਤਾਂ ਇਹ ਮੁੱਖ ਮੰਤਰੀ ਲਈ ਇੱਕ ਟੈਸਟ ਕੇਸ ਹੋਏਗਾ ਕਿ ਉਹ ਆਪਣੇ ਜਿਹੜੇ ਫੌਜਾ ਸਿੰਘ ਸਰਾਰੀ ਹੈ ਉਹਦੇ ਖਿਲਾਫ ਕਦੋਂ ਤੇ ਕਿਵੇਂ ਸਟੈਪ ਲੈਂਦੇ ਨੇ। ਦੂਸਰਾ ਖਤਮ ਹੋਣ ਵਾਲੀ ਗੱਲ ਇਹ ਵੀ ਹੈ ਕਿ ਜਾਰਜੀਆ ਮੁਲਕ ਹੈਗਾ, ਉਹਦੇ ਵਿੱਚ ਵੀ ਇੰਨੀ ਕਰਪਸ਼ਨ ਸੀ, ਕਿਤੇ ਜ਼ਿਆਦਾ ਸੀਗੇ। ਜਿਹੜੀ ਵਰਲਡ ਇਕਨੋਮਿਕ ਫੋਰਮ ਹੈ ਉਹਦਾ ਇੰਡੈਕਸ ਹੈ ਕਰਪਸ਼ਨ ਵਾਲਾ, ਉਹਦੇ ਵਿੱਚ ਬੜਾ ਨਾਮ ਚਮਕਦਾ ਹੁੰਦਾ ਸੀ। ਉਹਨਾਂ ਦੇ ਵੀ ਇੱਕ ਸ਼ਾਸਕ ਨੇ ਜਿਹੜਾ ਪ੍ਰੈਜ਼ੀਡੈਂਟ ਸੀਗੇ, ਉਹਨਾਂ ਨੇ ਸਭ ਤੋਂ ਪਹਿਲਾਂ ਉੱਥੇ ਸਭ ਤੋਂ ਵੱਧ ਟ੍ਰੈਫਿਕ ਪੁਲਿਸ ਦੇ ਵਿੱਚ ਕਰਪਸ਼ਨ ਸੀ, ਉਸ ਨੂੰ ਖਤਮ ਕਰਕੇ ਸ਼ੁਰੂਆਤ ਕਰਤੀ ਸੀ, ਸਖਤ ਲਾਅ ਬਣਾਤੇ ਸੀ, ਥਾਂ ਥਾਂ ਕੈਮਰੇ ਲਗਾ ਦਿੱਤੇ ਸੀ, ਲੋਕਾਂ ਦਾ ਸਹਿਯੋਗ ਸੀ। ਇਹ ਨਹੀਂ ਕਿ ਉੱਥੋਂ ਕਰਪਸ਼ਨ ਖਤਮ ਹੋ ਗਈ, ਪਰ ਉੱਥੇ ਕਰਪਸ਼ਨ ਨੂੰ ਕਾਫੀ ਹੱਦ ਤੱਕ ਠੱਲ ਪੈ ਗਈ ਹੈ। ਸਾਡੇ ਸਮੁੱਚੇ ਮੁਲਕ ਦੇ ਵਿੱਚ ਪਿਛਲੀ UPA ਦੀ ਸਰਕਾਰ ਵੇਲੇ ਆਪਾਂ ਦੇਖਦੇ ਰਹੇ ਹਾਂ ਕਿ ਕਿੰਨੇ ਸਕੈਮ ਹੁੰਦੇ ਰਹੇ ਨੇ। ਹੁਣ ਜਦੋਂ ਸੁੰਦਰ ਸ਼ਾਮ ਅਰੋੜਾ ਤੇ ਹੋ ਗਏ ਤਾਂ ਭਾਜਪਾ ਦੀ ਸਰਕਾਰ ਤੇ ਵੀ ਇੱਕ ਤਰ੍ਹਾਂ ਦੀ ਉਂਗਲ ਹੈ ਜਿਹੜੀ ਉਹ ਉੱਠੀ ਹੈ। ਖਤਮ ਨਹੀਂ ਹੋਏਗੀ, ਉਸ ਨੂੰ ਠੱਲ ਹੈ ਜਿਹੜੀ, ਜਾਂ ਉਹਦੀ ਰਫਤਾਰ ਹੈ ਜਾਂ ਅੰਨੀ ਲੁੱਟ ਹੈ, ਉਹ ਜ਼ਰੂਰ ਘਟ ਜੇਗੀ। ਪਰ ਇਹਦੇ ਲਈ ਜ਼ਰੂਰੀ ਹੈ ਕਿ ਨਵੇਂ ਔਰ ਸਖਤ ਕਾਨੂੰਨ ਬਣਾਉਣੇ, ਔਰ ਉਹਦੇ ਨਾਲ ਨਾਲ ਉਹਨਾਂ ਨੂੰ ਸਖਤੀ ਦੇ ਨਾਲ, ਦਿਆਨਤਦਾਰੀ ਦੇ ਨਾਲ ਉਹਨਾਂ ਨੂੰ ਲਾਗੂ ਕਰਨਾ। ਔਰ ਵੱਡਾ ਮਸਲਾ ਹੋਏਗਾ ਕਿ ਲੋਕ ਕਿੰਨਾ ਕੁ ਸਹਿਯੋਗ ਕਰਦੇ ਨੇ। ਤੇ ਆਖਰ ਦੇ ਵਿੱਚ ਅਸੀਂ ਕਹਾਂਗੇ ਕਿ ਜੇ ਕਰਪਸ਼ਨ ਉੱਪਰੋਂ ਸ਼ੁਰੂ ਹੁੰਦੀ ਹੈ ਖਤਮ ਕਰਨੀ, ਤਾਂ ਹੀ ਥੱਲੇ ਤੱਕ ਉਹਦਾ ਮੈਸੇਜ ਹੈ ਜਿਹੜਾ ਚੰਗਾ ਜਾਏਗਾ। ਸੋ ਭਗਵੰਤ ਮਾਨ ਨੇ ਇਹ ਸ਼ੁਰੂਆਤ ਤਾਂ ਕੀਤੀ ਹੈ, ਪਰ ਦੇਖਣਾ ਹੋਏਗਾ ਕਿ ਇਹਨਾਂ ਕੇਸਾਂ ਦਾ ਭਵਿੱਖ ਦੇ ਵਿੱਚ ਕੀ ਬਣਦਾ ਹੈ, ਅਦਾਲਤਾਂ 'ਚ ਕਿੰਨੇ ਕੁ ਟਿਕਦੇ ਹੈ, ਉਹਦੇ ਨਾਲ ਵੀ ਇਹ ਸਰਕਾਰ ਦੀ ਕਾਰਗੁਜ਼ਾਰੀ ਹੈ ਜਿਹੜੀ ਨਾਪੀ ਜਾਏਗੀ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਤੇ ਫਿਰ ਗੱਲ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।